ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਤੋਂ ਕੀ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ, ਕੀ ਕੁਝ ਭਾਵਨਾਵਾਂ ਤੁਹਾਡੀਆਂ ਤੇ ਸਾਡੀਆਂ ਅੱਜ ਵੀ ਜੁੜੀਆਂ ਨੇ। ਇਸੇ ਦੇ ਉੱਤੇ ਅੱਜ ਕਰਾਂਗੇ ਗੱਲਬਾਤ। ਪੰਜਾਬ ਦੇ ਆਖਰੀ ਮਹਾਰਾਜਾ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਰਾਜ ਦੇ, ਤੇ ਉਹ ਜਿਹੜੇ ਹੈਗੇ ਆ ਪੈਰਿਸ ਦੇ ਵਿੱਚ ਜਿਹੜੀ ਹੈਗੀ ਆ ਉਹ ਚੜ੍ਹਾਈ ਕਰ ਜਾਂਦੇ ਨੇ। ਉਸ ਦੇ ਨਾਲ ਜਿਹੜਾ ਇਨਸਾਫ ਸਿੱਖਾਂ ਨੇ ਵੀ ਨਹੀਂ ਕੀਤਾ ਤੇ ਸਰਕਾਰਾਂ ਨੇ, ਉਹਨਾਂ ਸਮਿਆਂ ਦੀਆਂ ਸਰਕਾਰਾਂ ਨੇ ਤੇ ਇਨਸਾਫ ਕੀ ਕਰਨਾ ਸੀ। ਇੰਗਲੈਂਡ ਉਹ ਜਿੱਦਾਂ ਵੱਧਦੇ ਫੁੱਲਦੇ ਨੇ, ਫਿਰ ਉਹਨਾਂ ਤੇ ਇੱਥੇ ਜੇ ਆਪਾਂ ਕਹੀਏ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜ਼ੁਲਮ ਉਹਨਾਂ ਦੇ ਉੱਤੇ ਇੱਥੇ ਵੀ ਕਿਸ ਤਰੀਕੇ ਦੇ ਨਾਲ ਹੁੰਦੇ ਨੇ, ਮਾਨਸਿਕ ਤਸ਼ੱਦਦ ਹੁੰਦਾ ਹੈ। ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਉਹਨਾਂ ਨੂੰ ਉੱਥੋਂ ਦੀ ਪੰਜਾਬ ਦੀ ਧਰਤੀ ਤੋਂ ਬਾਹਰ ਲੈ ਆਈ ਸੀ, ਉਹਨਾਂ ਦੇ ਮੁਲਕ ਤੋਂ। ਤਦ ਉਹਨਾਂ ਨੂੰ ਕ੍ਰਿਸਚਨ ਧਰਮ ਦੇ ਵਿੱਚ ਧਰਮ ਪਰਿਵਰਤਨ ਉਹਨਾਂ ਦਾ ਕਰਵਾ ਦਿੱਤਾ ਗਿਆ। ਤੂੰ ਇੱਕ ਮਹਾਰਾਜਾ ਹੈ, ਤੇਰੇ ਅੰਦਰ ਇੱਕ ਮਹਾਰਾਜੇ ਦਾ ਖੂਨ ਹੈ, ਤੂੰ ਇੱਕ ਬਰਾਬਰ ਦੀ ਧਿਰ ਹੈ। ਇਹ ਗੱਲਾਂ ਦਾ ਜਿਹੜਾ ਅਹਿਸਾਸ ਹੈ ਕਿਤੇ ਨਾ ਕਿਤੇ ਮਹਾਰਾਣੀ ਜਿੰਦ ਕੌਰ ਵੱਲੋਂ ਕਰਵਾਇਆ ਗਿਆ, ਔਰ ਮਹਾਰਾਜਾ ਦਲੀਪ ਸਿੰਘ ਨੇ ਇਸ ਚੀਜ਼ ਨੂੰ ਸਮਝਿਆ ਔਰ ਉਹਨਾਂ ਨੇ ਦੁਬਾਰਾ ਜਿਹੜਾ ਅੰਮ੍ਰਿਤਪਾਨ ਵੀ ਕੀਤਾ। ਜੇ ਉਹਨਾਂ ਦਾ ਕਿਤੇ ਰਸ਼ੀਆ ਵਾਲਾ ਪੈਂਤੜਾ ਸਕਸੈਸਫੁਲ ਹੋ ਜਾਂਦਾ ਤੇ ਹੋ ਸਕਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਸਟਰਗਲ ਹੈ ਉਹ ਦੁਬਾਰਾ ਸ਼ੁਰੂ ਹੋ ਸਕਦੀ ਸੀ। ਤੈਨੂੰ ਹਰਫਾਂ ਦੇ ਵਿੱਚ ਕੀ ਬਿਆਨ ਕਰਾਂ, ਤੈਨੂੰ ਸ਼ਬਦਾਂ ਦੇ ਵਿੱਚ ਕੀ ਸੰਗਤਾਂ ਦੇ ਦਰਸ਼ਕਾਂ ਦੇ ਸਾਹਮਣੇ ਰੱਖਾਂ। ਤੇਰੀ ਇੱਕ ਤਸਵੀਰ ਤੇ ਮੇਰੀ ਇੱਕ ਚੁੱਪ ਬਾਕੀ ਹੈ, ਜੋ ਤੇਰੀ ਸ਼ਖਸੀਅਤ ਨੂੰ ਸਭਨਾਂ ਦੇ ਸਾਹਮਣੇ ਰੱਖਣ ਦੇ ਲਈ ਕਾਫੀ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਮਨਪ੍ਰੀਤ ਸਿੰਘ। ਦਰਸ਼ਕਾਂ ਨੂੰ ਜਿਸ ਤਰੀਕੇ ਦੇ ਨਾਲ ਜਾਣਕਾਰੀ ਅਸੀਂ ਹਮੇਸ਼ਾ ਹੀ ਦਿੰਦੇ ਹਾਂ ਤੇ ਅੱਜ ਦੀ ਜਾਣਕਾਰੀਆਂ ਦੇ ਵਿੱਚ ਵਾਧਾ ਕਰਦਿਆਂ ਹੋਇਆਂ ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਦਲੀਪ ਸਿੰਘ ਜੀ ਦੇ ਅੱਜ 127ਵੀਂ ਬਰਸੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਉਸ ਵੇਲੇ ਮੰਨੇ ਜਾਣ ਵਾਲੇ ਕਿ ਅਜਿਹੇ ਵਾਰਿਸ ਕੀ ਸੁਪਨਾ ਸੀਗਾ ਕਿ ਅੱਗੇ ਚੱਲ ਕੇ ਹੋ ਸਕਦਾ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਪਵੇ, ਲੇਕਿਨ ਅਜਿਹਾ ਕੁਝ ਹੋਇਆ ਨਹੀਂ। ਉਸ ਵੇਲੇ ਦੀਆਂ ਸਰਕਾਰਾਂ ਨੇ ਜੋ ਕੁਝ ਪੰਜਾਬ ਰਾਜ ਦੇ ਨਾਲ ਹੋਇਆ, ਰਣਜੀਤ ਸਿੰਘ ਜੀ ਦੇ ਆਪਣੇ ਪੰਜਾਬ ਦੇ ਨਾਲ ਹੋਇਆ, ਉਹ ਇਸ ਵੇਲੇ ਕਿਤਾਬਾਂ ਦੇ ਵਿੱਚ, ਹਰਫਾਂ ਦੇ ਵਿੱਚ ਮਹਿਫੂਜ਼ ਹੈ। ਪੜ੍ਹਨ ਵਾਲੇ ਪੜ੍ਹਦੇ ਨੇ, ਸੰਜੋ ਕੇ ਰੱਖਣ ਵਾਲੇ ਸੰਜੋ ਕੇ ਰੱਖਦੇ ਨੇ। ਲੇਕਿਨ ਹਾਂ, ਇਹਨਾਂ ਦਿਹਾੜਿਆਂ ਦੇ ਉੱਤੇ, ਇਹਨਾਂ ਦਿਨਾਂ ਦੇ ਉੱਤੇ ਚੇਤੇ ਕਰਨਾ ਵੀ ਬਣਦਾ ਹੈ ਕਿ ਕੀ ਕੁਝ ਇਤਿਹਾਸ ਸਾਡਾ ਆਪਣੀ ਧਰਤੀ ਤੇ, ਆਪਣੀ ਧਰਤੀ ਤੋਂ ਬਾਹਰ ਰਿਹਾ, ਜਿਸ ਨੂੰ ਕਿ ਅਸੀਂ ਸੰਜੋ ਕੇ ਰੱਖਿਆ ਜਾਂ ਨਹੀਂ। ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਤੋਂ ਕੀ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ, ਕੀ ਕੁਝ ਭਾਵਨਾਵਾਂ ਤੁਹਾਡੀਆਂ ਤੇ ਸਾਡੀਆਂ ਅੱਜ ਵੀ ਜੁੜੀਆਂ ਨੇ। ਇਸੇ ਦੇ ਉੱਤੇ ਅੱਜ ਕਰਾਂਗੇ ਗੱਲਬਾਤ, ਤੁਹਾਡੇ ਜਾਣਕਾਰੀਆਂ ਦੇ ਵਿੱਚ ਵੀ ਕਰਾਂਗੇ ਵਾਧਾ। ਸਾਡੇ ਨਾਲ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਜਗਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਦੇ ਨਾਲ 127ਵੀਂ ਬਰਸੀ ਦੀ ਅਸੀਂ ਜਾਣਕਾਰੀ ਦੇ ਰਹੇ ਹਾਂ ਮਹਾਰਾਜਾ ਦਲੀਪ ਸਿੰਘ ਜੀ ਦੀ, ਦਲੀਪ ਸਿੰਘ ਜੀ ਦੇ ਕਿਰਦਾਰ ਨੂੰ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ, ਭਾਵੇਂ ਅੰਗਰੇਜ਼ੀ ਕਿਤਾਬਾਂ ਤੋਂ ਪੜ੍ਹੀਏ, ਭਾਵੇਂ ਪੰਜਾਬੀ ਕਿਤਾਬਾਂ ਤੋਂ, ਕਿਰਦਾਰ ਅਜਿਹਾ ਜ਼ਿਹਨ ਦੇ ਵਿੱਚ ਉਤਰ ਜਾਂਦਾ ਹੈ ਜਿਸ ਕਿਰਦਾਰ ਨੂੰ ਇਸ ਵੇਲੇ ਅੱਜ ਦੇ ਸਮੇਂ ਦੇ ਵਿੱਚ, ਜਾਂ ਕਹਿ ਲਈਏ ਅੱਜ ਤੋਂ 50 ਸਾਲ ਪਹਿਲਾਂ ਵੀ ਸਮੇਂ ਦੀ ਲੋੜ ਮੰਨਿਆ ਜਾਂਦਾ ਸੀ। ਬਰਸੀ ਦੇ ਉੱਤੇ ਕੀ ਕੁਝ ਵਿਸ਼ੇਸ਼ ਅਸੀਂ ਆਪਣੇ ਦਰਸ਼ਕਾਂ ਦੇ ਲਈ ਸੰਜੋ ਕੇ ਰੱਖ ਸਕਦੇ ਹਾਂ ਸਾਹਮਣੇ? ਬਿਲਕੁਲ ਅਮਨ, ਜਦੋਂ ਆਪਾਂ ਗੱਲ ਕਰਦੇ ਹਾਂ 22 ਅਕਤੂਬਰ 1893 ਦੀ, ਤੇ 22 ਅਕਤੂਬਰ 1893 ਵਾਲੇ ਦਿਨ ਪੰਜਾਬ ਦੇ ਆਖਰੀ ਮਹਾਰਾਜਾ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਰਾਜ ਦੇ, ਤੇ ਉਹ ਜਿਹੜੇ ਹੈਗੇ ਆ ਪੈਰਿਸ ਦੇ ਵਿੱਚ ਜਿਹੜੀ ਹੈਗੀ ਆ ਉਹ ਚੜ੍ਹਾਈ ਕਰ ਜਾਂਦੇ ਨੇ। ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਮਹਾਰਾਜਾ ਸਾਹਿਬ ਦੀ ਜਿਹੜੀ ਚੜ੍ਹਾਈ ਹੁੰਦੀ ਆ, ਜਾਂ ਆਪਾਂ ਕਹਿ ਲਈਏ ਕਿ ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਸਟਰਗਲ ਹੈਗੀ ਆ, ਉਸ ਦੇ ਨਾਲ ਜਿਹੜਾ ਇਨਸਾਫ ਸਿੱਖਾਂ ਨੇ ਵੀ ਨਹੀਂ ਕੀਤਾ ਤੇ ਸਰਕਾਰਾਂ ਨੇ, ਉਹਨਾਂ ਸਮਿਆਂ ਦੀਆਂ ਸਰਕਾਰਾਂ ਨੇ ਤੇ ਇਨਸਾਫ ਕੀ ਕਰਨਾ ਸੀ। ਜਦੋਂ ਉਹਨਾਂ ਦੀ ਅਸੀਂ ਪੂਰੀ ਲਾਈਫ ਸਟਰਗਲ ਨੂੰ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਆ, ਜਨਮ ਉਹਨਾਂ ਦਾ ਪੰਜਾਬ ਦੇ ਵਿੱਚ ਹੁੰਦਾ ਹੈ, ਫਿਰ ਯੂਪੀ ਦੇ ਵਿੱਚ ਹੁੰਦਾ ਹੈ, ਫਿਰ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਯੂਪੀ 'ਚ ਪਰਵਰਿਸ਼ ਹੁੰਦੀ ਹੈ, ਫਿਰ ਉਸ ਤੋਂ ਬਾਅਦ 'ਚੋਂ ਜਿਹੜਾ ਹੈਗਾ ਐਗਜ਼ਾਈਲ ਕਰਕੇ ਉਹਨਾਂ ਨੂੰ ਇੰਗਲੈਂਡ ਲੈ ਕੇ ਆਇਆ ਜਾਂਦਾ ਹੈ। ਇੰਗਲੈਂਡ ਉਹ ਜਿੱਦਾਂ ਵੱਧਦੇ ਫੁੱਲਦੇ ਨੇ, ਫਿਰ ਉਹਨਾਂ ਤੇ ਇੱਥੇ ਜੇ ਆਪਾਂ ਕਹੀਏ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜ਼ੁਲਮ ਉਹਨਾਂ ਦੇ ਉੱਤੇ ਇੱਥੇ ਵੀ ਕਿਸ ਤਰੀਕੇ ਦੇ ਨਾਲ ਹੁੰਦੇ ਨੇ, ਮਾਨਸਿਕ ਤਸ਼ੱਦਦ ਹੁੰਦਾ ਹੈ। ਠੀਕ ਹੈ, ਸਰੀਰਕ ਤੌਰ ਤੇ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਤੇ ਫਿਰ ਉਸ ਤੋਂ ਬਾਅਦ ਜਦੋਂ ਸਿੱਖੀ 'ਚ ਦੁਬਾਰਾ ਆਉਂਦੇ ਨੇ, ਕਿਸ ਤਰੀਕੇ ਦੇ ਨਾਲ ਉਹ ਸਿੱਖ ਸਟਰਗਲ ਦੇ ਵਿੱਚ ਵਾਪਸ ਜਾਂਦੇ ਨੇ, ਰਸ਼ੀਆ ਜਾਂਦੇ ਨੇ, ਉੱਥੋਂ ਚਾਹੁੰਦੇ ਨੇ ਕਿ ਦੁਬਾਰਾ ਜਿਹੜਾ ਕਿਸੇ
ਤਰੀਕੇ ਦੇ ਨਾਲ ਖਾਲਸਾ ਰਾਜ ਨੂੰ ਵਾਪਸ ਲੈਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਫਰਾਂਸ ਦੇ ਵਿੱਚ ਜਾ ਕੇ ਆਪਣੇ ਆਖਰੀ ਸਮੇਂ ਦੇ ਵਿੱਚ ਫਿਰ ਉੱਥੇ ਜਿਹੜਾ ਹੈਗਾ ਆਪਣੇ ਆਖਰੀ ਸਾਹ ਉਹਨਾਂ ਦੇ ਜਿਹੜੇ ਉੱਥੇ ਨਿਕਲਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਦੁਬਾਰਾ ਇੰਗਲੈਂਡ ਲੈ ਕੇ ਆਇਆ ਜਾਂਦਾ ਹੈ। ਔਰ ਜਿਹੜੀ ਮਹਾਰਾਜਾ ਸਾਹਿਬ ਦੀ ਸਟਰਗਲ ਹੈਗੀ ਆ ਨਾ, ਉਹਨੂੰ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਉਸ ਜਿੰਨੇ ਵੀ ਇੱਥੇ ਬਾਹਰ ਸਿੱਖ ਬੈਠੇ ਨੇ ਉਹ ਆਪਣੇ ਆਪ ਨੂੰ ਮਹਾਰਾਜਾ ਸਾਹਿਬ ਦੀ ਉਸੇ ਸਟਰਗਲ ਦੇ ਨਾਲ ਹੀ ਜੋੜ ਕੇ ਦੇਖਦੇ ਨੇ, ਕਿਉਂਕਿ ਜੋ ਉਹਨਾਂ ਦੀ ਸਟਰਗਲ ਸੀ ਅੱਜ ਸਾਡੀ ਵੀ ਉੱਦਾਂ ਦੀ ਹੀ ਸਟਰਗਲ ਹੈ। ਸਾਨੂੰ ਵੀ ਆਪਣੀ ਜਿਹੜੀ ਹੈਗੀ ਧਰਤੀ ਮਾਂ ਨੂੰ ਉੱਥੋਂ ਛੱਡ ਕੇ ਆਉਣਾ ਪੈਂਦਾ ਹੈ, ਜਾਂ ਆਪਾਂ ਕਹਿ ਲਈਏ ਕਿ ਸਾਨੂੰ ਇੰਨਾ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੋਂ ਜਿਹੜਾ ਹੈਗਾ ਚਲੇ ਜਾਓ, ਜਾਂ ਤੁਸੀਂ ਉੱਥੇ ਜਾ ਕੇ ਬਾਹਰ ਆਪਾਂ ਚਲੋ ਠੀਕ ਹੈ ਆਪਣੀ ਰੋਜੀ ਰੋਟੀ ਦੇ ਲਈ ਆਉਂਦੇ ਹੈਗੇ ਆ, ਜਾਂ ਜਿਸ ਤਰ੍ਹਾਂ ਦਾ ਵੀ ਮਾਹੌਲ ਬਣਦਾ ਹੈ। ਕਿਤੇ ਨਾ ਕਿਤੇ ਜਿਹੜੀ ਚਿਣਗ ਹੈਗੀ ਹੈ ਨਾ, ਉਹ ਜਿਹੜੀ ਮਹਾਰਾਜਾ ਸਾਹਿਬ ਵਾਲੀ ਚਿਣਗ ਹੈ, ਉਹੀ ਅੱਜ ਹਰੇਕ ਸਿੱਖ ਜਿਹੜਾ ਬਾਹਰ ਵਸਦਾ ਹੈਗਾ ਉਹਨਾਂ ਦੇ ਵਿੱਚ ਵੀ ਸਿਮਿਲਰ ਤਰ੍ਹਾਂ ਦੀ ਜਿਹੜੀ ਚਿਣਗ ਹੈ ਉਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹੈਗੀ ਹੈ। ਜੀ ਜਦੋਂ ਆਪਾਂ ਇਹਦੀ ਸਟਾਰਟਿੰਗ ਦੀ ਗੱਲ ਕਰਦੇ ਹਾਂ ਤੇ 24 ਮਾਰਚ 1849 ਨੂੰ ਜਿਹੜੀ ਆਖਰੀ ਜੰਗ ਪੰਜਾਬ ਦੀ, ਜਦੋਂ ਜੰਗ ਹਾਰ ਜਾਂਦੇ ਨੇ ਸਿੱਖ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਤਮ ਸਮਰਪਣ ਹੁੰਦਾ ਹੈ, ਤੇ ਫਿਰ ਉਸ ਤੋਂ ਤਕਰੀਬਨ 1 ਸਾਲ ਬਾਅਦ ਲਾਰਡ ਡਲਹੌਜੀ ਜੋ ਉਸ ਟਾਈਮ ਦੇ ਆਪਾਂ ਕਹਿ ਲਈਏ ਕਿ ਸਾਰੇ ਉਦੋਂ ਕਰਤਾ ਧਰਤਾ ਸਨ, ਉਹਨਾਂ ਵੱਲੋਂ ਜਿਹੜਾ ਹੈਗਾ ਮਹਾਰਾਜਾ ਸਾਹਿਬ ਨੂੰ ਕਿਸੇ ਨਾ ਕਿਸੇ ਆਨੇ ਬਹਾਨੇ ਕਿਹਾ ਤੇ ਇਹ ਜਾਂਦਾ ਹੈ ਕਿ ਅਸੀਂ ਇੱਥੇ ਸੇਫ ਨਹੀਂ ਆ, ਜਾਂ ਜੋ ਵੀ ਬਹਾਨੇ ਬਣਾਏ ਜਾਂਦੇ ਨੇ। ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਪਤਾ ਸੀ ਕਿ ਜੇ ਮਹਾਰਾਜਾ ਦਲੀਪ ਸਿੰਘ ਉੱਥੇ ਰਹਿੰਦੇ ਨੇ ਤੇ ਉਹ ਜਿਹੜਾ ਹੈਗਾ ਦੁਬਾਰਾ ਆਪਣੇ ਰਾਜ ਨੂੰ ਜਿਹੜਾ ਸਿੱਖ ਲੈਣ ਦੇ ਲਈ ਜ਼ਰੂਰ ਉੱਠਣਗੇ, ਤੇ ਇਹਨਾਂ ਹੀ ਕਾਰਨਾਂ ਕਰਕੇ ਉਹਨਾਂ ਨੂੰ ਐਗਜ਼ਾਈਲ ਕਰਕੇ ਇੱਥੇ ਇੰਗਲੈਂਡ ਲੈ ਕੇ ਆਇਆ ਜਾਂਦਾ ਹੈ। ਅੱਜ ਅਸੀਂ ਭਾਵੇਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ, ਲੇਕਿਨ ਅਸੀਂ ਉਸ ਵੇਲੇ ਦੇ ਵੀ ਦੌਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਸ ਵੇਲੇ ਪੂਰਾ ਭਾਣਾ ਵਾਪਰਿਆ ਹੋਏਗਾ ਪੰਜਾਬ ਦੀ ਧਰਤੀ ਦੇ ਉੱਤੇ, ਭਾਵੇਂ ਆਪਣੀ ਜੰਗ ਹਾਰੇ ਹੋਣਗੇ ਉਸ ਵੇਲੇ ਸਿੰਘ, ਲੇਕਿਨ ਇੱਕ ਛੋਟੀ ਉਮਰ ਦੇ ਬੱਚੇ ਨੂੰ ਕਹਿ ਲਈਏ, ਅੱਜ ਆਮ ਸ਼ਬਦਾਂ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ ਜੀ ਉਸ ਵੇਲੇ ਤਾਂ ਅਗਵਾ ਕਰਕੇ ਹੀ ਲਿਆਂਦਾ ਗਿਆ ਹੋਵੇਗਾ। ਉਸ ਵੇਲੇ ਸਿੱਖਾਂ ਦੇ ਜ਼ਿਹਨ ਦੇ ਉੱਤੇ ਕਿਸ ਤਰੀਕੇ ਦਾ ਅਸਰ ਪਿਆ ਹੋਵੇਗਾ, ਕਿਉਂਕਿ ਆਪਣੇ ਰਾਜੇ ਦੀ ਹੋ ਰਹੀ ਹਾਰ ਨੂੰ ਵੀ ਵੇਖਣਾ ਅਤੇ ਉਸ ਤੋਂ ਬਾਅਦ ਉਸਦੇ ਪੂਰੇ ਪਰਿਵਾਰ ਨੂੰ ਕਹਿ ਲਈਏ ਖੇਰੂ ਖੇਰੂ ਹੁੰਦੇ ਹੋਏ ਵੇਖਣਾ ਉਸ ਵੇਲੇ ਸਿੱਖਾਂ ਦੇ ਲਈ ਕਾਫੀ ਔਖਾ ਰਿਹਾ ਹੋਵੇਗਾ। ਜੀ ਬਿਲਕੁਲ ਹੀ ਅਮਨ, ਉਹਦੇ ਬਾਰੇ ਆਪਾਂ ਦੇਖ ਸਕਦੇ ਹਾਂ ਕਿ ਕੱਲਾ ਉੱਥੇ ਆਪਾਂ ਸਿੱਖ ਰਾਜ ਦੀ ਗੱਲ ਜਾਂ ਕੱਲਾ ਉੱਥੇ ਮਹਾਰਾਜਾ ਸਾਹਿਬ ਦੇ ਪਰਿਵਾਰ ਦੀ ਗੱਲ ਨਹੀਂ ਆਪਾਂ ਕਰਦੇ, ਪਰ ਇਹਦੇ ਨਾਲ ਸਿੱਖ ਪੰਥ ਨੂੰ ਵੀ ਬਹੁਤ ਵੱਡਾ ਜੇ ਆਪਾਂ ਕਹਿ ਲਈਏ ਕਿ ਘਾਟਾ ਉਹਨਾਂ ਸਮਿਆਂ ਦੇ ਵਿੱਚ ਪਿਆ, ਕਿਉਂਕਿ ਇਹ ਇਕੱਲਾ ਆਪਾਂ ਕਹਿ ਲਈਏ ਕਿ ਇੱਕ ਰਾਜ ਘਰਾਣੇ ਦਾ ਰਾਜ ਨਹੀਂ ਸੀ, ਸਾਰੀਆਂ ਮਿਸਲਾਂ ਨਾਲ ਸੀ, ਇੱਕ ਤਰੀਕੇ ਦਾ ਪੂਰਾ ਖਾਲਸਾ ਰਾਜ ਸੀ, ਔਰ ਇੱਕ ਤਰ੍ਹਾਂ ਦਾ ਆਪਾਂ ਕਹੀਏ ਕਿ ਸਾਰਾ ਜਿਹੜੇ ਰਾਜ ਪ੍ਰਬੰਧ ਸੀ ਪੂਰੇ ਧਰਮ ਦੇ ਅਧੀਨ ਹੋ ਕੇ ਚੱਲਦੇ ਸੀ। ਠੀਕ ਹੈ, ਕੁਛ ਨਾ ਕੁਛ ਕਮੀਆਂ ਪੇਸ਼ੀਆਂ ਜਾਂ ਪਰਸਨਲ ਹੁੰਦੀਆਂ ਹੋਣਗੀਆਂ, ਪਰ ਅੱਜ ਜੇ ਆਪਾਂ ਦੇਖੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਸੀ ਉਸ ਨੂੰ BBC ਨੇ ਵੀ ਆਪਾਂ ਦੇਖਿਆ ਕਿ ਕੁਝ ਮਹੀਨੇ ਪਹਿਲਾਂ ਜਿਹੜਾ ਸਰਵੇ ਹੋਇਆ, ਇੰਡੀਪੈਂਡੈਂਟ ਸਰਵੇ ਹੋਇਆ, ਔਰ ਗੈਰ ਸਿੱਖਾਂ ਵੱਲੋਂ ਜਿਹੜਾ ਹੈ ਇਹ ਆਪਾਂ ਕਹੀਏ ਕਿ ਸਰਵੇ ਕੀਤਾ ਗਿਆ, ਉਸ ਦੇ ਵਿੱਚ ਉਸ ਰਾਜ ਪ੍ਰਬੰਧ ਨੂੰ ਦੁਨੀਆ ਦਾ ਜਿਹੜਾ ਹੈਗਾ ਬਿਹਤਰੀਨ ਰਾਜ ਪ੍ਰਬੰਧ ਜਿਹੜਾ ਹੈ ਉਹ ਐਲਾਨਿਆ ਗਿਆ। ਉਹਦੀ ਇਹ ਗੱਲ ਗਵਾਹੀ ਹੁਣ ਵੀ ਭਰਦੇ ਨੇ ਔਰ ਪੂਰਾ ਇਤਿਹਾਸ ਗਵਾਹੀ ਭਰਦਾ ਰਹੇਗਾ। ਤੇ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਇਹ 1849 ਦੇ ਵਿੱਚ ਗੁਲਾਮ ਹੋ ਜਾਂਦਾ ਹੈਗਾ, ਪੰਜਾਬ ਜਿਹੜਾ ਅੰਗਰੇਜ਼ਾਂ ਦੇ ਅਧੀਨ ਚਲਾ ਜਾਂਦਾ ਹੈ, ਤੇ ਕਿਤੇ ਨਾ ਕਿਤੇ ਸਿੱਖ ਦਿਲੋਂ ਅੰਦਰੋਂ ਜਿਹੜੇ ਸੀ ਟੁੱਟ ਚੁੱਕੇ ਸੀ, ਕਿਉਂਕਿ ਆਤਮ ਸਮਰਪਣ ਜਿਹੜਾ ਲਫ਼ਜ਼ ਹੈਗਾ ਇਹ ਸਾਡਾ ਨਹੀਂ ਹੈਗਾ। ਖਾਲਸਾ ਰਾਜ ਜਾਂ ਤੇ ਬਾਕੀ ਰਿਹਾ ਤੇ ਜਾਂ ਫਿਰ ਬਾਦਸ਼ਾਹ ਰਿਹਾ, ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਆਖਰੀ ਜੰਗ ਹੁੰਦੀ ਹੈ ਤੇ ਸਿੱਖਾਂ ਨੂੰ ਆਤਮ ਸਮਰਪਣ ਵੀ ਕਰਨਾ ਪਿਆ, ਤੇ ਉਸ ਦੇ ਨਾਲ ਅੰਦਰੋਂ ਕਿਤੇ ਨਾ ਕਿਤੇ ਸਿੱਖਾਂ ਦੀ ਜਿਹੜੀ ਸੀਗੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਗੁਰੂ ਨਾਲੋਂ ਇੰਨੇ ਜ਼ਿਆਦਾ ਕਿਤੇ ਟੁੱਟ ਚੁੱਕੇ ਹਾਂ। ਤੇ ਜਦੋਂ ਅਸੀਂ ਪੂਰੀ ਹਿਸਟਰੀ ਦੀ ਘੋਖ ਕਰਦੇ ਹੈਗੇ ਆ ਤੇ ਇਹ ਗੱਲਾਂ ਸਾਨੂੰ ਪਤਾ ਲੱਗਦੀਆਂ ਨੇ ਕਿ ਬ੍ਰਾਇਨ ਕੀਥ ਨੇ ਵੀ ਇਹ ਚੀਜ਼ ਕਨਫਰਮ ਕੀਤੀ ਹੈ ਕਿ ਉਦੋਂ ਇੱਕ ਵਾਰੀ ਦੁਬਾਰਾ ਜਿਹੜਾ ਹੈਗਾ ਨਾ ਅੰਮ੍ਰਿਤ ਛਕਣ ਦੀ ਵੀ ਰੌਰੀ ਦੁਬਾਰਾ ਚੱਲੀ, ਕਿ ਕਿਸ ਤਰੀਕੇ ਦੇ ਨਾਲ ਸਿੱਖ ਆਪਣੇ ਗੁਰੂ ਨਾਲ ਜੁੜਨਾ ਚਾਹੁੰਦੇ ਸੀ। ਉਹਨਾਂ ਸਮਿਆਂ ਦੇ ਉਹਨਾਂ ਨੂੰ ਲੱਗਿਆ ਕਿ ਸਾਡੇ ਜੀਵਨ ਦੇ ਵਿੱਚੋਂ ਅਸੀਂ ਕਿਹੜੀ ਚੀਜ਼ ਇੰਨੀ ਜ਼ਿਆਦਾ ਮਿਸ ਕਰ ਦਿੱਤੀ ਕਿ ਇਹ ਭਾਣਾ ਜਿਹੜਾ ਵਾਪਰ ਗਿਆ। ਔਰ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਨਾ, ਜੇ ਕੰਪੈਰੀਜ਼ਨ ਕਰੀਏ ਕਿ 1984 ਦਾ ਜਦੋਂ ਹੁੰਦਾ ਹੈਗਾ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ, ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸੀ ਉਹਨੂੰ ਇਹ ਲੱਗਿਆ ਕਿ ਮੈਨੂੰ ਗੁਰੂ ਦੇ ਨਾਲ ਜੁੜਨ ਦੀ ਲੋੜ ਹੈਗੀ ਆ। ਜਦੋਂ ਅਸੀਂ ਅੱਜ ਇੱਥੇ UK ਦੇ ਵਿੱਚ ਬੈਠੇ ਹਾਂ ਤੇ ਬਹੁਤ ਸਾਰੇ ਸਾਡੇ ਜਿਹੜੇ ਬਜ਼ੁਰਗ ਹੈਗੇ ਜਾਂ ਵੀਰ ਹੈਗੇ ਜਾਂ ਭੈਣਾਂ ਹੈਗੀਆਂ ਨੇ, ਉਹਨਾਂ ਨੇ 84 ਤੋਂ ਬਾਅਦ ਇੱਕਦਮ ਉਹਨਾਂ ਨੂੰ ਲੱਗਿਆ ਖੰਡੇ ਬਾਟੇ ਦੀ ਪੌਲ ਲਈ ਦੁਬਾਰਾ ਜਿਹੜਾ ਅੰਮ੍ਰਿਤ ਛਕਣ ਦੀਆਂ ਜੇ ਆਪਾਂ ਕਹੀਏ ਕਿ ਗੱਲਾਂ ਸ਼ੁਰੂ ਹੋਈਆਂ, ਖੰਡੇ ਦੀ ਪੌਲ ਲਈ ਗਈ, ਉਹਨਾਂ ਨੂੰ ਲੱਗਿਆ ਗਿਆ ਕਿ ਇਹ ਸਮਾਂ ਹੁਣ ਸਾਨੂੰ ਗੁਰੂ ਦੇ ਨਾਲ ਜੁੜਨਾ ਪਵੇਗਾ। ਤੇ ਇਹ ਚੀਜ਼ ਨੂੰ ਜਿਹੜਾ ਹੈਗਾ ਪੁਨਰ ਸੁਰਜੀਤੀ ਵੱਲ ਨੂੰ ਇਹ ਜਿਹੜੀ ਗੱਲਬਾਤ ਸੀ ਉਹ ਉਦੋਂ ਵੀ ਚੱਲੀ, ਪਰ ਕਿਤੇ ਨਾ ਕਿਤੇ ਜਿਹੜੇ ਸਿੱਖ ਉਦੋਂ ਟੁੱਟ ਚੁੱਕੇ ਸਨ, ਉਹਨਾਂ ਨੂੰ ਜੇ ਆਪਾਂ ਕਹੀਏ ਕਿ ਬਹੁਤ ਜ਼ਿਆਦਾ ਉਸ ਟਾਈਮ ਤੇ ਡਾਮਾਡੋਲ ਵੀ ਹੋ ਚੁੱਕੇ ਸਨ, ਕਿਉਂਕਿ ਗੱਦਾਰੀਆਂ ਬਹੁਤ ਜ਼ਿਆਦੀਆਂ ਹੋ ਚੁੱਕੀਆਂ ਸੀ। ਜੋ ਡੋਗਰੇ ਜਰਨੈਲਾਂ ਨੇ ਗੱਦਾਰੀਆਂ ਕੀਤੀਆਂ, ਉਹਨਾਂ ਕਰਕੇ ਜਿਹੜੀਆਂ ਜੰਗਾਂ ਨੇ ਉਹ ਵੀ ਹਾਰਨੀਆਂ ਪਈਆਂ, ਔਰ ਜਿਹੜਾ ਪੰਜਾਬ ਨੂੰ ਇਹਦਾ ਖਾਮਿਆਜ਼ਾ ਉਹਨਾਂ ਸਮਿਆਂ ਦੇ ਵਿੱਚ ਭੁਗਤਣਾ ਪਿਆ।
ਜਿਵੇਂ ਕਿ ਤੁਸੀਂ ਦੱਸਿਆ ਕਿ ਜੀ ਦੁਬਾਰਾ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਪਈ। ਅਸੀਂ ਇਹ ਚੀਜ਼ ਚੇਤੇ ਕਰਾ ਦਿੰਦੀ ਹੈ ਕਿ ਜਿਸ ਵੇਲੇ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਉਹਨਾਂ ਨੂੰ ਉੱਥੋਂ ਦੀ ਪੰਜਾਬ ਦੀ ਧਰਤੀ ਤੋਂ ਬਾਹਰ ਲੈ ਆਈ ਸੀ, ਉਹਨਾਂ ਦੇ ਮੁਲਕ ਤੋਂ, ਤਦ ਉਹਨਾਂ ਨੂੰ ਕ੍ਰਿਸਚਨ ਧਰਮ ਦੇ ਵਿੱਚ ਧਰਮ ਪਰਿਵਰਤਨ ਉਹਨਾਂ ਦਾ ਕਰਵਾ ਦਿੱਤਾ ਗਿਆ ਹੀ ਅਸੀਂ ਕਹਾਂਗੇ, ਭਾਵੇਂ ਕਿਹਾ ਜਾਂਦਾ ਕਿ ਜੀ ਆਪਣੇ ਆਪ ਉਹਨਾਂ ਨੇ ਚੂਜ਼ ਕੀਤਾ ਹੋਏਗਾ। ਕ੍ਰਿਸਚਨ ਬਣ ਜਾਣਾ, ਉਸ ਤੋਂ ਬਾਅਦ ਆਪਣੇ ਸਿੱਖੀ ਸਿਧਾਂਤਾਂ ਵੱਲ ਧੀਰੇ ਧੀਰੇ ਕਦਮ ਤੋਰਨੇ, ਇਹ ਕਹਿ ਲਈਏ ਕਿ ਖੂਨ ਦੇ ਵਿੱਚ ਹੀ ਸੀਗਾ ਕਿ ਜੋ ਮੁੜ ਕੇ ਆਪਣੀ ਧਰਤੀ ਦੇ ਉੱਤੇ ਆਉਣ ਦੀ ਇੱਕ ਤਾਂਘ ਉਹਨਾਂ ਦੇ ਮਨ ਦੇ ਵਿੱਚ ਸੀਗੀ। ਬਿਲਕੁਲ ਅਮਨ, ਜਦੋਂ ਆਪਾਂ ਦੇਖਦੇ ਹੈਗੇ ਨਾ, ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਨਾ ਕਿਡਨੈਪ ਕਰਕੇ, ਆਪਾਂ ਜੇ ਵਰਡ ਯੂਜ਼ ਕਰ ਸਕਦੇ ਹਾਂ, ਕਿ ਉੱਥੋਂ ਉਹਨਾਂ ਨੂੰ ਕਿਵੇਂ ਲਿਆਂਦਾ ਗਿਆ, ਫਿਰ ਉਹਨਾਂ ਦਾ ਪੂਰਾ ਬ੍ਰੇਨ ਵਾਸ਼ ਕੀਤਾ ਗਿਆ। ਸਪੈਸ਼ਲ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਲੇਡੀਜ਼ ਵਗੈਰਾ ਉਹਨਾਂ ਦੇ ਨਾਲ ਲਗਾਈਆਂ ਗਈਆਂ ਤਾਂ ਕਿ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਸਕੇ। ਹੁਣ ਇੱਕ ਬੱਚੇ ਦੇ ਤੁਸੀਂ ਦੇਖੋ ਕਿ ਇੱਕ ਹੈਗਾ ਤਾਂ ਚਲੋ ਬੱਚਾ ਹੀ ਹੈ ਨਾ, ਉਮਰ ਤੇ ਬੱਚਿਆਂ ਵਾਲੀ ਆ, ਜਦੋਂ ਉਹਨਾਂ ਦੇ ਨਾਲ ਇਹ ਭਾਣਾ ਵਾਪਰਿਆ ਹੋਏਗਾ ਤੇ ਉਹਨਾਂ ਦੇ ਦਿਮਾਗ ਤੇ ਕੀ ਬੀਤਦੀ ਹੋਏਗੀ, ਕਿਉਂਕਿ ਕੁਝ ਸਾਲ ਪਹਿਲਾਂ ਹੀ ਜੇ ਆਪਾਂ ਦੇਖੀਏ ਕਿ ਉਹਨਾਂ ਨੇ ਉਹ ਵੀ ਨਜ਼ਾਰੇ ਦੇਖੇ ਹੋਣਗੇ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਏਗਾ ਕਿ ਸਾਡਾ ਇੱਕ ਖਾਲਸਾ ਰਾਜ ਸੀਗਾ। ਉਮਰ ਬਹੁਤ ਜ਼ਿਆਦੀ ਉਸ ਟਾਈਮ ਤੇ ਉਹਨਾਂ ਦੀ ਜਿਹੜੀ ਛੋਟੀ ਹੈ, ਔਰ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਲੈਕ ਪ੍ਰਿੰਸ, ਆਪਾਂ ਦੇਖਿਆ ਕਿ ਜਿਹੜੀ ਫਿਲਮ ਵੀ ਬਣਾਈ ਹੈ ਨਾ, ਉਹ ਬਲੈਕ ਪ੍ਰਿੰਸ ਦੇ ਤੌਰ ਤੇ ਪੇਸ਼ ਕੀਤਾ ਗਿਆ, ਔਰ ਉਹਨਾਂ ਨੂੰ ਇੱਕ ਜਿੱਤ ਦੀ ਟਰੋਫੀ ਦੇ ਵਜੋਂ ਜਿਹੜਾ ਹੈ ਇੰਗਲੈਂਡ ਦੇ ਵਿੱਚ ਲਿਆਂਦਾ ਗਿਆ। ਫਿਰ ਠੀਕ ਹੈ, ਉਦੋਂ ਦੀ ਜਿਹੜੀ ਕੁਈਨ ਸੀਗੀ, ਕੁਈਨ ਵਿਕਟੋਰੀਆ, ਉਹਨਾਂ ਨਾਲ ਉਹਨਾਂ ਦੇ ਰਿਸ਼ਤੇ ਚੰਗੇ ਹੁੰਦੇ ਨੇ, ਕਿਉਂਕਿ ਹਰੇਕ ਆਪਾਂ ਕਹਿ ਲਈਏ ਨਾ ਕਿ ਹਰੇਕ ਪੋਲੀਟੀਸ਼ੀਅਨ ਮਾੜਾ ਨਹੀਂ ਹੁੰਦਾ, ਜਾਂ ਉਹਨਾਂ ਸਮਿਆਂ ਦੇ ਵਿੱਚ ਕਿਤੇ ਨਾ ਕਿਤੇ ਕਿਰਦਾਰ ਕੁਝ ਚੰਗੇ ਵੀ ਹੈਗੇ ਸਨ, ਤੇ ਉਹਨਾਂ ਨਾਲ ਉਹਨਾਂ ਨੇ ਥੋੜਾ ਚੰਗਾ ਵਿਹਾਰ ਕੀਤਾ, ਜਾਂ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਪਿੱਛੋਂ ਜਿਹੜੀਆਂ ਇੰਸਟਰਕਸ਼ਨਸ ਹੋਣਗੀਆਂ, ਜੋ ਥਿੰਕ ਟੈਂਕ ਹੋਣਗੇ, ਉਹਨਾਂ ਦਾ ਇਹ ਹੋਏਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਹਾਰਾਜਾ ਸਾਹਿਬ ਨੂੰ ਪੰਜਾਬ ਤੋਂ ਜਿਹੜਾ ਹੈ ਪਰੇ ਰੱਖਿਆ ਜਾਵੇ, ਔਰ ਖਾਸ ਕਰਕੇ ਇੱਥੇ ਦੇਖਣਾ ਪਏਗਾ ਕਿ ਸਿੱਖੀ ਤੋਂ ਪਰੇ ਰੱਖਿਆ ਜਾਵੇ। ਇੱਥੇ ਕੁਝ ਘਟਨਾਵਾਂ ਜਿਹੜੀਆਂ ਆਉਂਦੀਆਂ ਹੈਗੀਆਂ ਨੇ ਕਿ ਜਦੋਂ ਹੈਗਾ ਨਾ ਦਸਤਾਰ ਦੀ ਗੱਲ ਆਉਂਦੀ, ਹੁਣ ਇੱਥੇ ਮਹਾਰਾਜਾ ਸਾਹਿਬ ਜਦੋਂ ਛੋਟੇ ਨੇ ਤੇ ਉਹਨਾਂ ਦੇ ਕੇਸ ਕਤਲ ਹੋਏ ਨੇ, ਤੇ ਕੁਝ ਘਟਨਾਵਾਂ ਆਉਂਦੀਆਂ ਹੈਗੀਆਂ, ਔਰ ਉਸ ਦੇ ਵਿੱਚ ਉਹ ਜਦੋਂ ਇੱਕ ਪਹਿਲੀ ਵਾਰੀ ਜਿਹੜੀ ਆਪਾਂ ਦੇਖਦੇ ਨਾ, ਇੱਕ ਤਸਵੀਰ ਵੀ ਜਿਹੜੀ ਕਾਫੀ ਜ਼ਿਆਦਾ ਪਪੂਲਰ ਹੈਗੀ ਆ, ਸਕਰੀਨ ਤੇ ਵੀ ਆਪਣੀ ਚੱਲਦੀ ਪਈ ਹੈਗੀ ਆ, ਉਹ ਜਦੋਂ ਦਸਤਾਰ ਸਜਾਉਂਦੇ ਹੈਗੇ ਨੇ ਤੇ ਉਹ ਅੰਦਰੋਂ ਉਹਨਾਂ ਦਾ ਜਿਹੜਾ ਜਲਾਉ ਹੈਗਾ, ਜਾਂ ਉਹ ਜਿਹੜਾ ਖੂਨ ਹੈਗਾ ਨਾ, ਉਹ ਉਬਾਲੇ ਕਿਤੇ ਨਾ ਕਿਤੇ ਮਾਰਦਾ ਹੈਗਾ। ਔਰ ਮਹਾਰਾਜਾ ਸਾਹਿਬ ਇਹ ਬਾਰ-ਬਾਰ ਆਪਣੀ ਇੱਛਾ ਜ਼ਾਹਿਰ ਕਰਦੇ ਰਹੇ ਨੇ ਕਿ ਮੈਂ ਜਿਹੜੀ ਹੈਗੀ ਆ ਦਸਤਾਰ ਰੋਜ਼ ਸਜਾ ਸਕਦਾ, ਕਿਉਂਕਿ ਇਹ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਮਿਲਦੀ ਹੈ। ਔਰ ਉਹਦੇ ਵਿੱਚ ਜਿਹੜੀ ਕੁਈਨ ਹੈਗੀ ਉਹ ਇਹਨੂੰ ਹੈੱਡ ਕਾਪੀ ਕਹਿ ਕੇ ਕਹਿੰਦੀ ਹੈ ਕਿ ਹੈੱਡ ਕਾਪੀ ਜੋ ਉਹਦਾ ਨਾਮ ਹੈ, ਦਸਤਾਰ ਨਹੀਂ, ਉਹ ਕਹਿੰਦੀ ਕਿ ਉਹ ਬਾਰ-ਬਾਰ ਪਾਉਣ ਦੀ ਇੱਛਾ ਉਹ ਜ਼ਾਹਿਰ ਕਰਦੇ ਨੇ, ਔਰ ਇਹ ਵੀ ਉਹ ਲਿਖਦੀ ਹੈਗੀ ਹੈ ਕਿ ਉਸ ਦੇ ਵਿੱਚ ਉਹ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜੀ। ਪਰ ਜਿਹੜਾ ਇਹਨਾਂ ਦਾ ਥਿੰਕ ਟੈਂਕ ਹੈਗਾ, ਉਹ ਇਹ ਸੋਚਦਾ ਕਿ ਜੇ ਕਿਤੇ ਹੁਣ ਦਸਤਾਰ ਦੇ ਵੱਲ ਨੂੰ ਗੱਲ ਤੁਰਦੀ ਹੈਗੀ ਆ, ਤੇ ਫਿਰ ਦਸਤਾਰ ਦੇ ਵੱਲ ਤੋਂ ਸਿੱਖੀ ਨੂੰ ਗੱਲ ਤੁਰੇਗੀ, ਔਰ ਸਿੱਖੀ ਦੇ ਵੱਲ ਨੂੰ ਜਿਹੜਾ ਖਾਲਸਾ ਰਾਜ ਦੇ ਵੱਲ ਗੱਲ ਤੁਰੇਗੀ। ਇਹ ਚੀਜ਼ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਡਰ ਹੈ ਉਹ ਸਤਾਉਂਦਾ ਰਹਿੰਦਾ ਹੈ, ਔਰ ਬਾਰ-ਬਾਰ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਇਸ ਤਰੀਕੇ ਦੀ ਕੋਈ ਘਟਨਾ ਨਾ ਵਾਪਰੇ, ਜਿਹੜਾ ਕਿ ਮਹਾਰਾਜਾ ਸਾਹਿਬ ਦੁਬਾਰਾ ਜਿਹੜਾ ਹੈ ਸਿੱਖੀ ਵਾਲੇ ਬੰਨੇ ਨੂੰ ਜਾਂ ਖਾਲਸੇ ਵਾਲ ਨਾ ਉਧਰ ਦੇ ਬੰਨੇ ਨੂੰ ਜਾਣ। ਔਰ ਉਹਨਾਂ ਨੂੰ ਬਾਰ-ਬਾਰ ਜਿਹੜਾ ਹੈ ਉਹਨਾਂ ਦੇ ਬ੍ਰੇਨ ਦੇ ਵਿੱਚ ਇਹ ਗੱਲ ਭਰੀ ਜਾਂਦੀ ਹੈ, ਬਾਰ-ਬਾਰ ਬ੍ਰੇਨ ਵਾਸ਼ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ ਹੈ। ਬਿਲਕੁਲ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਦ ਬਲੈਕ ਪ੍ਰਿੰਸ ਫਿਲਮ ਦਾ, ਅਜਿਹੀਆਂ ਫਿਲਮਾਂ ਨੇ ਇੱਕ ਕਿਰਦਾਰ ਸਿਰਜਣ ਦੀ ਭਾਵੇਂ ਕੋਸ਼ਿਸ਼ ਕੀਤੀ, ਲੇਕਿਨ ਕਿਰਦਾਰ ਇੱਕ ਪਾਸੜ ਰਿਹਾ ਉਹਨਾਂ ਫਿਲਮਾਂ ਦੇ ਵਿੱਚ। ਜਿਵੇਂ ਅਸੀਂ ਇਸ ਤਸਵੀਰ ਦੀ ਗੱਲ ਕਰ ਰਹੇ ਹਾਂ, ਜੋ ਤਸਵੀਰ ਤੁਸੀਂ ਸਾਡੇ ਪਿੱਛੇ ਵੇਖ ਸਕਦੇ ਹੋਵੋਗੇ, ਸਿਰ ਦੇ ਉੱਤੇ ਹੋਵੇ ਦਸਤਾਰ, ਬਾਣਾ ਹੋਵੇ ਪੂਰਾ ਰਾਜਸੀ, ਪੂਰਾ ਰਾਇਲ, ਹੱਥ ਦੇ ਵਿੱਚ ਫੜੀ ਹੋਈ ਸ਼ਮਸ਼ੀਰ, ਤਾਂ ਖੂਨ ਤਾਂ ਉਬਾਲੇ ਖਾ ਹੀ ਸਕਦਾ ਸੀ। ਚੇਤੇ ਵੀ ਆ ਸਕਦਾ ਸੀ ਕਿ ਕਿਹੜਾ ਸੀ ਸਾਡਾ ਰਾਜ, ਕਿਹੜਾ ਸੀ ਸਾਡਾ ਖਾਲਸਾ ਰਾਜ ਜਿਹੜਾ ਸਾਡੇ ਤੋਂ ਖੁੰਝ ਗਿਆ। ਤੇ ਹੁਣ ਇੱਕ ਟਰਨਿੰਗ ਪੁਆਇੰਟ ਰਿਹਾ ਹੋਏਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਜਿਸ ਵੇਲੇ ਇਹ ਫੈਸਲਾ ਲੈ ਲੈਣਾ ਕਿ ਜੀ ਹੁਣ ਤਾਂ ਸ਼ੁਰੂਆਤ ਕਰਨੀ ਪਏਗੀ ਇਨ ਬਿਨ ਕਿਸੇ ਵੀ ਪਾਸਿਓਂ, ਤਾਂ ਜੋ ਕਿ ਅਸੀਂ ਆਪਣਾ ਖਾਲਸਾ ਰਾਜ ਵਾਪਸ ਲੈ ਸਕੀਏ। ਰੱਬ ਜਾਣੇ ਕਿਹੜੇ-ਕਿਹੜੇ ਮੁਲਕਾਂ ਤੋਂ ਹੋ ਕੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਹਾਂ, ਭਾਰਤ ਦੀ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਰਾਜ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੀਏ, ਲੇਕਿਨ ਇਹ ਸੁਪਨਾ ਹੀ ਰਹਿ ਗਿਆ। ਜੀ ਬਿਲਕੁਲ, ਔਰ ਇਸ ਦੇ ਵਿੱਚ ਆਪਾਂ ਦੇਖਿਆ ਨਾ ਕਿ ਜਦੋਂ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ, ਫਿਰ ਉਹਨਾਂ ਨੂੰ ਕ੍ਰਿਸਚੈਨਿਟੀ ਦੇ ਵਿੱਚ ਕਨਵਰਟ ਕਰਾ ਦਿੱਤਾ ਜਾਂਦਾ, ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਐਸ਼ੋ ਇਸ਼ਰਤ ਵਾਲੇ ਬੰਨੇ ਜਿਹੜਾ ਹੈ ਲਗਾਇਆ ਜਾਂਦਾ, ਕਿਤੇ ਨਾ ਕਿਤੇ ਉਹਨਾਂ ਨੂੰ ਪਦਾਰਥਵਾਦ ਵਾਲੇ ਬੰਨੇ, ਫਿਰ ਜੇ ਆਪਾਂ ਕਹਿ ਲਈਏ ਕਿ ਜਿੰਨੀਆਂ ਵੀ ਅਲਾਮਤਾਂ ਹੁੰਦੀਆਂ ਨੇ ਉਹ ਸਾਰਾ ਕੁਝ ਲਗਾ ਦਿੱਤਾ ਜਾਂਦਾ। ਪਰ ਕਿਤੇ ਨਾ ਕਿਤੇ ਜਿਹੜਾ ਖੂਨ ਹੈ ਉਹ ਦੁਬਾਰਾ ਉਬਾਲੇ ਖਾਂਦਾ, ਉਹਨਾਂ ਦੇ ਵਿੱਚ ਦੁਬਾਰਾ ਰੀਝ ਪੈਦਾ ਹੁੰਦੀ ਹੈ। ਖਾਸ ਕਰਕੇ ਜਿਹੜੀ ਉਹਨਾਂ ਦੀ ਆਪਾਂ ਕਹਿ ਲਈ ਨਾ ਕਿ ਮਾਂ ਦੇ ਨਾਲ, ਮਹਾਰਾਣੀ ਜਿੰਦ ਕੌਰ ਦੇ ਨਾਲ ਜਿਹੜੀ ਉਹਨਾਂ ਦੀ ਮੀਟਿੰਗਸ ਹੁੰਦੀਆਂ ਹੈਗੀਆਂ, ਜਦੋਂ ਮਿਲਦੇ ਹੈਗੇ, ਇੱਛਾ ਜ਼ਾਹਿਰ ਕਰਦੇ ਕਿ ਮੈਂ ਪੰਜਾਬ ਜਾਣਾ ਹੈਗਾ, ਉਹਨਾਂ ਨੂੰ ਪੰਜਾਬ ਨਹੀਂ ਜਾਣ ਦਿੱਤਾ।
ਜਾਂਦਾ, ਪਰ ਉਹਨਾਂ ਨੂੰ ਜਿੱਦਾਂ ਕਲਕੱਤੇ ਤੱਕ ਜਾਣ ਦਿੱਤਾ ਜਾਂਦਾ, ਉੱਥੋਂ ਮਹਾਰਾਜਾ ਮਹਾਰਾਣੀ ਜਿੰਦ ਕੌਰ ਨਾਲੋਂ ਮਿਲਦੇ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਅੰਦਰ ਦੁਬਾਰਾ ਜਿਹੜਾ ਹੈਗਾ ਕਿ ਮੈਂ ਕਿੱਥੋਂ ਬਿਲੋਂਗ ਕਰਦਾ, ਉਹਨਾਂ ਨੂੰ ਇਹ ਚੀਜ਼ ਦਾ ਵੀ ਪਤਾ ਲੱਗਦਾ। ਇੱਥੇ ਸਾਨੂੰ ਇਹ ਚੀਜ਼ ਦੇਖਣੀ ਪਏਗੀ ਕਿ ਮਾਂ ਦਾ ਰੋਲ ਕੀ ਹੁੰਦਾ ਹੈ, ਕਿਉਂਕਿ ਜੇ ਆਪਾਂ ਮਹਾਰਾਣੀ ਜਿੰਦ ਕੌਰ ਦੇ ਰੋਲ ਬਾਰੇ ਦੇਖੀਏ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੁੱਤਰ ਨੂੰ ਅਹਿਸਾਸ ਕਰਾਇਆ ਕਿ ਤੂੰ ਇੱਥੇ ਕੋਈ ਪ੍ਰਿੰਸ ਜਾਂ ਸ਼ਹਿਜ਼ਾਦਾ ਨਹੀਂ ਹੈ, ਤੂੰ ਇੱਕ ਮਹਾਰਾਜਾ ਹੈ, ਤੇਰੇ ਅੰਦਰ ਇੱਕ ਮਹਾਰਾਜੇ ਦਾ ਖੂਨ ਹੈ, ਤੂੰ ਇੱਕ ਬਰਾਬਰ ਦੀ ਧਿਰ ਹੈ। ਇਹ ਗੱਲਾਂ ਦਾ ਜਿਹੜਾ ਅਹਿਸਾਸ ਹੈ ਕਿਤੇ ਨਾ ਕਿਤੇ ਮਹਾਰਾਣੀ ਜਿੰਦ ਕੌਰ ਵੱਲੋਂ ਕਰਵਾਇਆ ਗਿਆ, ਔਰ ਮਹਾਰਾਜਾ ਦਲੀਪ ਸਿੰਘ ਨੇ ਇਸ ਚੀਜ਼ ਨੂੰ ਸਮਝਿਆ ਔਰ ਉਹਨਾਂ ਨੇ ਦੁਬਾਰਾ ਜਿਹੜਾ ਅੰਮ੍ਰਿਤਪਾਨ ਵੀ ਕੀਤਾ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਆਖਰੀ ਸਮਿਆਂ ਦੇ ਵਿੱਚ ਆ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਨਮ ਤੋਂ ਹੀ, ਜਿਸ ਦੇ ਨਾਲ ਜੇ ਆਪਾਂ ਕਹਿ ਲਈਏ ਕਿ ਸ਼ੁਰੂ ਤੋਂ ਹੀ ਧੋਖਾ ਹੁੰਦਾ ਆਇਆ ਹੋਵੇ, ਪਹਿਲਾਂ ਧੋਖੇ ਦੇ ਨਾਲ ਬਾਹਰ ਲਿਆਂਦਾ ਜਾਂਦਾ ਹੈ, ਫਿਰ ਉਸ ਤੋਂ ਬਾਅਦ ਸਾਰੀ ਉਮਰ ਧੋਖੇ ਦੇ ਵਿੱਚ ਰੱਖਿਆ ਜਾਂਦਾ ਹੈ, ਜਾਂ ਜਦੋਂ ਧੋਖੇ ਦੇ ਨਾਲ ਫਿਰ ਧਰਮ ਪਰਿਵਰਤਨ ਕਰ ਦਿੱਤਾ ਜਾਂਦਾ ਹੈ, ਤੇ ਅਖੀਰ ਦੇ ਵਿੱਚ ਹੁਣ ਅੰਮ੍ਰਿਤਧਾਰੀ ਸਿੱਖ ਹੋ ਗਿਆ ਹੋਵੇ ਔਰ ਇਹਨਾਂ ਦੇ ਕੋਈ ਐਵੀਡੈਂਸ ਨਹੀਂ ਮਿਲਦੇ ਕਿ ਬਾਅਦ ਦੇ ਵਿੱਚ ਉਹ ਕਦੀ ਚਰਚ ਗਏ ਹੋਣ ਜਾਂ ਬਾਅਦ ਦੇ ਵਿੱਚ ਉਹ ਕਦੀ ਆਪਾਂ ਕਹਿ ਲਈਏ ਕਿ ਕਦੀ ਉਹਨਾਂ ਨੇ ਜਿਹੜਾ ਹੈਗਾ ਦੁਬਾਰਾ ਕ੍ਰਿਸਚੀਅਨਿਟੀ ਦੇ ਵਿੱਚ ਆਏ ਹੋਣ। ਪਰ ਕਿੰਨੀ ਆਪਾਂ ਕਹਿ ਲਈਏ ਕਿ ਬੜੀ ਦੁਖਦਾਈ ਗੱਲ ਇਹ ਹੈ ਕਿ ਉਹਨਾਂ ਦੇ ਮਰਨ ਤੋਂ ਬਾਅਦ ਜਿੰਨੇ ਵੀ ਉਹਦੇ ਕਾਰਜ ਹੁੰਦੇ ਨੇ, ਬੋਡੀ ਇੱਥੇ ਲਿਆਂਦੀ ਜਾਂਦੀ ਹੈ ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਦਫਨਾਇਆ ਜਾਂਦਾ ਹੈ ਜੀ, ਔਰ ਇਹ ਕਿਹਾ ਜਾਂਦਾ ਕਿ ਇਹਨਾਂ ਨੇ ਆਪਣੀ ਖਿਮਾ ਜਾਚਨਾ ਕਰ ਲਈ ਸੀ, ਪਰ ਇਸ ਦੇ ਕੋਈ ਸਬੂਤ ਨਹੀਂ ਮਿਲਦੇ। ਉਹਨਾਂ ਦੇ ਅੰਮ੍ਰਿਤਪਾਨ ਕਰਨ ਦੇ ਪ੍ਰੋਪਰ ਸਬੂਤ ਮਿਲਦੇ ਨੇ, ਉਹ ਪਾਠ ਕਰਦੇ ਸਨ, ਨਿਤਨੇਮੀ ਸਨ, ਅੰਮ੍ਰਿਤਧਾਰੀ ਸਿੰਘ ਸਨ, ਪਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਮਰਨ ਤੋਂ ਬਾਅਦ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ। ਬਿਲਕੁਲ, ਇਹਨਾਂ ਸਾਰੇ ਐਵੀਡੈਂਸਿਸ ਨੂੰ ਅਸੀਂ ਅੱਜ ਵੀ ਕਿਤੇ ਨਾ ਕਿਤੇ ਵੇਖ ਸਕਦੇ ਹਾਂ, ਪੜ੍ਹਨ ਨੂੰ ਮਿਲਦੇ ਨੇ ਕਿਤਾਬਾਂ ਦੇ ਵਿੱਚ, ਲੇਕਿਨ ਮਨ ਦੇ ਵਿੱਚ ਇਹੀ ਗੱਲ ਆਉਂਦੀ ਹੈ ਕਿ ਹਰ ਇੱਕ ਮੁਲਕ ਦੇ ਵਿੱਚ ਜਿੱਥੇ ਆਪਣੀ ਧਾਕ ਜਮਾ ਚੁੱਕੇ ਨੇ ਸਿੱਖ, ਤਾਂ ਇਹਨਾਂ ਮੁੱਦਿਆਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਗੱਲਾਂ ਤਾਂ ਹੁੰਦੀਆਂ ਹੋਣਗੀਆਂ ਹੀ ਕਿ ਜੀ ਸਾਡਾ ਵੀ ਸੀਗਾ ਇੱਕ ਰਾਜਾ ਜਿਸ ਨੂੰ ਇੱਥੇ ਰੱਖਿਆ ਗਿਆ, ਭਾਵੇਂ ਹਾਲਾਤ ਜੋ ਮਰਜ਼ੀ ਰਹੇ ਹੋਣ, ਲੇਕਿਨ ਸੱਚ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ, ਔਰ ਇੱਥੇ ਕੁਝ ਘਟਨਾਵਾਂ ਦੇ ਜਿਹੜੀਆਂ ਨਾ ਉਹ ਜ਼ਿਕਰ ਆਉਂਦਾ ਹੈਗਾ ਕਿ ਜਦੋਂ ਕਿਉਂਕਿ ਕੋਹੀਨੂਰ ਹੀਰਾ ਜਿਹੜਾ ਸੀ ਉਹ ਮਹਾਰਾਜਾ ਸਾਹਿਬ ਵੱਲੋਂ ਪਹਿਲਾਂ ਹੀ ਉਹਨਾਂ ਕੋਲੋਂ ਲੈ ਲਿਆ ਗਿਆ ਸੀ, ਪਰ ਉਸ ਤੋਂ ਕੁਝ ਸਾਲ ਬਾਅਦ ਜਦੋਂ ਇੱਥੇ ਆ ਜਾਂਦੇ ਆ ਤੇ ਦੁਬਾਰਾ ਜਿਹੜਾ ਹੈਗਾ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਕੀ ਤੁਸੀਂ ਦੇਖਣਾ ਚਾਹੁੰਦੇ ਹੋ, ਕਿਉਂਕਿ ਜਿਹੜੀ ਉਹ ਲੇਡੀ ਦੇ ਨਾਲ ਰਹਿੰਦੇ ਹੈਗੇ ਸੀ ਜਾਂ ਜੋ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਸੀ, ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਉਹ ਕੋਹੀਨੂਰ ਹੀਰਾ ਦੇਖਣਾ ਚਾਹੁੰਦੇ ਹੋ, ਤੇ ਮਹਾਰਾਜਾ ਸਾਹਿਬ ਨੇ ਕਿਹਾ ਕਿ ਹਾਂ ਮੈਂ ਦੇਖਣਾ ਚਾਹੁੰਦਾ ਵਾਂ। ਤੇ ਉਹ ਲੇਡੀ ਆਪਣੀ ਲਿਖਦੀ ਹੈਗੀ ਆ ਬੁੱਕ ਦੇ ਵਿੱਚ, ਉਹਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੋਹੀਨੂਰ ਹੀਰੇ ਨੂੰ ਦੇਖਿਆ ਤੇ ਫਿਰ ਉਸ ਤੋਂ ਬਾਅਦ ਜੋ ਗੱਲ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਕਿ ਮੈਂ ਇਹ ਆਪਣੇ ਵੱਲੋਂ ਜਿਹੜਾ ਹੈਗਾ ਕੁਈਨ ਵਿਕਟੋਰੀਆ ਨੂੰ ਦੇਣਾ ਚਾਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਹੁਣੇ ਮੈਨੂੰ ਮਿਲਣਾ ਤੇ ਹੈ ਨਹੀਂ, ਕਿ ਰਾਜ ਜਾ ਚੁੱਕਾ, ਸਾਰਾ ਕੁਝ ਹੋ ਚੁੱਕਾ, ਪਰ ਇੱਥੇ ਜਿਹੜੀ ਉਹ ਬਰਾਬਰਤਾ ਦੀ ਜਿਹੜੀ ਬਰਾਬਰ ਦੀ ਧਿਰ ਵਾਲੀ ਜਿਹੜੀ ਗੱਲ ਹੈ ਨਾ, ਕਿਉਂਕਿ ਇਹ ਸਾਰਾ ਕੁਝ ਅੱਜ ਦੇ ਦਿਹਾੜੇ ਮਨਾਉਣ ਦਾ ਕਾਰਨ ਇਹ ਹੈ ਕਿ ਅਸੀਂ ਇੱਥੇ ਕੋਈ ਇਮੀਗ੍ਰੈਂਟ ਨਹੀਂ ਹੈਗੇ, ਅਸੀਂ ਕਦੇ ਬਰਾਬਰ ਦੀ ਧਿਰ ਹੁੰਦੇ ਸੀ। ਠੀਕ ਹੈ, ਸਾਡੀਆਂ ਕਮਜ਼ੋਰੀਆਂ ਕਰਕੇ ਜੇ ਅੱਜ ਅਸੀਂ ਬਰਾਬਰ ਦੀ ਧਿਰ ਨਹੀਂ ਹੈਗੇ ਜਾਂ ਉੱਥੇ, ਪਰ ਉੱਥੇ ਖਾਲਸਾ ਰਾਜ ਇਹਨਾਂ ਨੇ ਉੱਥੇ ਜਾ ਕੇ ਖਤਮ ਕੀਤਾ, ਔਰ ਕਿਸ ਤਰੀਕੇ ਦੇ ਨਾਲ ਧੋਖੇ ਧੜੀ ਦੇ ਨਾਲ ਉਹ ਸਾਰਾ ਕੁਝ ਖਤਮ ਹੋਇਆ। ਤੇ ਇਹ ਸਾਰਾ ਕੁਝ ਆਪਣੇ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਇਕੱਲੇ ਇਮੀਗ੍ਰੈਂਟ ਨਹੀਂ ਹੈਗੇ, ਅਸੀਂ ਕਦੇ ਬਰਾਬਰ ਦੀ ਧਿਰ ਹੋਇਆ ਕਰਦੇ ਸੀ। ਔਰ ਉਹੀ ਚੀਜ਼ ਹੈ ਜਿਹੜੀ ਉਹ ਮਹਾਰਾਜਾ ਦਲੀਪ ਸਿੰਘ ਨੇ ਵੀ ਉਹੀ ਕੁਛ ਹੀ ਕੀਤਾ, ਔਰ ਉਹਨਾਂ ਨੇ ਬਾਰ-ਬਾਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਇਸ ਨੂੰ ਰਿਵਾਈਵ ਕੀਤਾ ਜਾ ਸਕੇ, ਕਿਸੇ ਤਰੀਕੇ ਦੇ ਨਾਲ ਜਿਹੜੀ ਸਿੱਖ ਸਟਰਗਲ ਹੈ, ਸਿੱਖ ਮੂਵਮੈਂਟ ਹੈ, ਉਸ ਨੂੰ ਦੁਬਾਰਾ ਉਜਾਗਰ ਕੀਤਾ ਜਾ ਸਕੇ, ਕਿਉਂਕਿ ਸਿੱਖਾਂ ਨੂੰ ਇਹ ਚਾਹੀਦਾ ਸੀ ਕਿ ਕੋਈ ਲੀਡਰ ਅੱਗੇ ਹੁੰਦਾ, ਤੇ ਜੇ ਕਿਤੇ ਮਹਾਰਾਜਾ ਦਲੀਪ ਸਿੰਘ ਜੇ ਉਹਨਾਂ ਦਾ ਕਿਤੇ ਰਸ਼ੀਆ ਵਾਲਾ ਪੈਂਤੜਾ ਸਕਸੈਸਫੁਲ ਹੋ ਜਾਂਦਾ ਤੇ ਹੋ ਸਕਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਸਟਰਗਲ ਹੈ ਉਹ ਦੁਬਾਰਾ ਸ਼ੁਰੂ ਹੋ ਸਕਦੀ ਸੀ। ਪਰ ਇਸ ਦੇ ਵਿੱਚ ਸਾਨੂੰ ਜਿਹੜਾ ਹੈ ਦੇਖਣਾ ਪਵੇਗਾ ਕਿ ਫਿਊਚਰ ਦੇ ਵਿੱਚ ਸਾਨੂੰ ਸੋਚਣਾ ਪਵੇਗਾ ਕਿ ਕਿਹੜੀਆਂ ਕਮੀਆਂ ਰਹਿ ਗਈਆਂ ਨੇ ਜਿਸ ਦੇ ਕਰਕੇ ਇਹ ਸਾਰਾ ਕੁਝ, ਇਹ ਜੋ ਹਾਲਾਤ ਵਾਪਰੇ ਨੇ ਸਿੱਖਾਂ ਦੇ ਨਾਲ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੇ ਅੱਗੇ ਕਿਵੇਂ ਚੱਲਣਾ ਹੈਗਾ। ਬਿਲਕੁਲ, ਬੀਤੇ 127 ਸਾਲਾਂ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੇ ਪਰਿਵਾਰ ਨੂੰ ਲੈ ਕੇ ਵੀ ਗੱਲਾਂ ਹੁੰਦੀਆਂ ਰਹੀਆਂ ਕਿ ਪਰਿਵਾਰ ਦੇ ਵਿੱਚ ਵਖਰੇਵਾਂ ਸੀਗਾ, ਜਾਂ ਅੱਗੇ ਉਹਨਾਂ ਦੇ ਪਰਿਵਾਰ ਨੇ ਕਿਸ ਤਰੀਕੇ ਦੇ ਨਾਲ ਰੈਵੋਲੂਸ਼ਨਰੀ ਚੀਜ਼ਾਂ ਕੀਤੀਆਂ ਯੂਕੇ ਦੀ ਧਰਤੀ ਦੇ ਉੱਤੇ ਰਹਿ ਕੇ ਵੀ, ਮਨੁੱਖੀ ਅਧਿਕਾਰਾਂ ਦੇ ਲਈ, ਬੀਬੀਆਂ ਦੇ ਅਧਿਕਾਰਾਂ ਦੇ ਲਈ। ਇਸ ਤੋਂ ਇਲਾਵਾ 127 ਸਾਲਾਂ ਦੇ ਵਿੱਚ ਅੱਜ ਵੀ ਕਦੇ ਨਾ ਕਦੇ ਗਾਏ ਬਗਾਏ ਚੀਜ਼ਾਂ ਵੇਖਣ ਨੂੰ ਪਾਈਆਂ ਜਾਂਦੀਆਂ ਨੇ, ਕਦੇ ਉਹਨਾਂ ਦੇ ਘਰ, ਕਦੇ ਉਹਨਾਂ ਦੀ ਕੋਈ ਅਜਿਹੀ ਚੀਜ਼ ਜੋ ਉਹਨਾਂ ਦੇ ਨਾਲ ਜੁੜੀ ਹੋਏ। ਲੰਡਨ ਦੇ ਕਿੰਗਸਟਨ ਪੈਲੇਸ ਦੇ ਵਿੱਚ ਨੁਮਾਇਸ਼ ਲਗਾਈ ਜਾਂਦੀ ਹੈ ਚੀਜ਼ਾਂ ਦੀ ਕਿ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਜੋ ਵਸਤਰ ਸੀ, ਜੋ ਉਹਨਾਂ ਦੇ ਕੱਪੜੇ ਸੀਗੇ, ਜਾਂ ਕੋਈ ਹੋਰ ਐਸੈਸਰੀਜ਼ ਵੇਖਣ ਦੇ ਲਈ ਆ ਸਕਦੇ ਹੋ ਤੁਸੀਂ, ਲੇਕਿਨ ਇਹ ਸਭ ਕੁਝ ਹੈ ਇੱਥੇ ਦਾ, ਇੱਥੋਂ ਦੇ ਲੋਕਾਂ ਦਾ। ਇਹ ਸਾਰੀਆਂ ਚੀਜ਼ਾਂ ਚੇਤੇ ਕਰਾ ਦਿੰਦੀਆਂ ਨੇ ਤੇ ਕਦੇਦਾਰ ਇਹ ਵੀ ਭਾਵ ਦਿੰਦੀਆਂ ਨੇ
ਕਿ ਲੂਣ ਛਿੜਕਿਆ ਜਾਂਦਾ ਹੈ? ਬਿਲਕੁਲ ਅਮਨ, ਔਰ ਇੱਥੇ ਆਪਾਂ ਜੇ ਗੱਲ ਕਹਿ ਦਈਏ ਨਾ, ਤੁਸੀਂ ਕਿਹਾ ਕਿ ਉਹਨਾਂ ਦਾ ਪਰਿਵਾਰ ਦਾ ਜਿਹੜਾ ਹੈਗਾ ਸੀ, ਹੁਣ ਤੁਸੀਂ ਆਪ ਹੀ ਦੇਖੋ ਕਿ ਇੱਕ ਇਨਸਾਨ ਜਿਹੜੀ ਇੱਥੇ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਕਿ ਲਾਈਫ ਸੈਟਲ ਹੋ ਗਈ ਹੋਵੇ, ਜੀ ਪਰਿਵਾਰ ਹੋਵੇ, ਸਾਰਾ ਕੁਝ ਹੋਵੇ, ਕਿਉਂਕਿ ਇੱਥੇ ਗੱਲ ਕਰਨੀ ਪਏਗੀ ਕਿ ਜਿੱਥੇ ਆਪਾਂ ਕਹੀਏ ਕਿ ਗੋਰਿਆਂ ਨੇ ਤੇ ਮਾੜਾ ਕਰਨਾ ਹੀ ਸੀ, ਆਪਣੇ ਸਿੱਖਾਂ ਨੇ ਵੀ ਉਹਨਾਂ ਦੇ ਨਾਲ ਕੋਈ ਬਹੁਤੀ ਜ਼ਿਆਦਾ ਜਿਹੜੀ ਵਫਾ ਨਹੀਂ ਕਮਾਈ। ਚਲੋ ਠੀਕ ਹੈ, ਹੁਣ ਆ ਕੇ ਥੋੜਾ ਜਿਹਾ ਆਪਾਂ ਕਹਿ ਲਈਏ ਨਾ ਕਿ ਜਦੋਂ ਘੱਟਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਕਿਤੇ ਨਾ ਕਿਤੇ ਉਹ ਮਿੱਟੀ ਉੱਡਣੀ ਸ਼ੁਰੂ ਹੋ ਜਾਂਦੀ ਹੈ, ਤੇ ਜਿਹੜੇ ਸਹੀ ਕਿਰਦਾਰ ਨੇ ਉਹ ਸਾਹਮਣੇ ਆਉਣੇ ਹੁੰਦੇ ਨੇ, ਜੋ ਸੱਚਾਈ ਹੁੰਦੀ ਹੈ ਉਹਨੇ ਬਾਹਰ ਆਉਣਾ ਹੁੰਦਾ ਹੈ, ਤੇ ਜੋ ਉਹਨਾਂ ਦੀ ਸਟਰਗਲ ਸੀ ਮਹਾਰਾਜਾ ਸਾਹਿਬ ਦੀ, ਉਹ ਅੱਜ ਬਾਹਰ ਆ ਰਹੀ ਹੈ। ਔਰ ਇਸ ਚੀਜ਼ ਨੂੰ ਜਿਹੜਾ ਹੈਗਾ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਦੱਸਣਾ ਪਵੇਗਾ ਕਿ ਕਿਸ ਤਰੀਕੇ ਦੇ ਨਾਲ ਮਹਾਰਾਜਾ ਸਾਹਿਬ ਨੇ ਆਪਣੀ ਸਾਰੀ ਲਾਈਫ ਦੀ ਸਟਰਗਲ ਕੀਤੀ, ਕਿੰਨੀ ਉਹਨਾਂ ਦੀ ਜਿਹੜੀ ਪੈਨਸ਼ਨ ਲੱਗ ਚੁੱਕੀ ਸੀ ਉਹਨਾਂ ਨੇ ਉਸ ਦੀ ਵੀ ਪਰਵਾਹ ਨਹੀਂ ਕੀਤੀ, ਆਪਣੇ ਫੈਮਿਲੀ ਦੀ ਪਰਵਾਹ ਨਹੀਂ ਕੀਤੀ। ਔਰ ਜੇ ਉਹ ਚਾਹੁੰਦੇ ਤੇ ਇੱਥੇ ਆ ਕੇ ਐਸ਼ੋ ਇਸ਼ਰਤ ਦੇ ਵਿੱਚ ਦੁਬਾਰਾ ਰਹਿ ਸਕਦੇ ਸੀ, ਪਰ ਉਹਨਾਂ ਨੇ ਜਿਹੜਾ ਆਪਣਾ ਸੰਘਰਸ਼ਮਈ ਜਿਹੜਾ ਜੀਵਨ ਹੈਗਾ, ਇੱਕ ਯੋਧਿਆਂ ਦੀ ਤਰ੍ਹਾਂ ਉਹਨਾਂ ਨੇ ਆਪਣਾ ਸੰਘਰਸ਼ਮਈ ਜੀਵਨ ਲੜਿਆ, ਔਰ ਅਖੀਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਮੌਤ ਵੀ ਉਸੇ ਤਰੀਕੇ ਦੇ ਨਾਲ ਜਿਹੜੀ ਇੱਕ ਗੁਮਨਾਮ ਜਗ੍ਹਾ ਤੇ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਲਿਆਂਦਾ ਜਾਂਦਾ ਹੈ। ਔਰ ਇਹ ਵੀ ਦੱਸ ਚੱਲੀ ਕਿ ਕੁਝ ਆਰਗੇਨਾਈਜੇਸ਼ਨ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਵੱਲੋਂ ਇਹ ਮੰਗ ਜਿਹੜੀ ਹੈ ਦੁਬਾਰਾ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਅੰਤਿਮ ਇੱਛਾ ਜਿਹੜੀ ਉਹਨਾਂ ਦੀ ਸੀਗੀ ਮਹਾਰਾਜਾ ਸਾਹਿਬ ਦੀ, ਕਿ ਮੈਨੂੰ ਪੰਜਾਬ ਦੀ ਧਰਤੀ ਤੇ ਲੈ ਕੇ ਜਾਇਆ ਜਾਵੇ, ਜਾਂ ਜਿਹੜੇ ਉਹਨਾਂ ਦੇ ਅਖੀਰ ਵਾਲੇ ਜਿਹੜੇ ਕਾਰਜ ਹੈਗੇ ਨੇ ਉਹ ਸਿੱਖ ਰਹੁ ਰੀਤਾਂ ਦੇ ਹਿਸਾਬ ਨਾਲ ਹੋਣ, ਤੇ ਉਸ ਦੇ ਵੱਲ ਵੀ ਕੁਝ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਔਰ ਉਹਨਾਂ ਨੂੰ ਜਿਹੜਾ ਹੈਗਾ ਹੋਰ ਇਸ ਦੇ ਉੱਤੇ ਹੋਰ ਤੇਜ਼ ਕੰਮ ਕਰਨ ਦੀ ਲੋੜ ਹੈ, ਤਾਂ ਕਿ ਜਿਹੜਾ ਹੈ ਅਸੀਂ ਉਹਨਾਂ ਨੂੰ ਅਸਲੀ ਜਿਹੜਾ ਹੈਗਾ ਉਹਨਾਂ ਦੀ ਬਰਸੀ ਮਨਾ ਸਕੀਏ, ਔਰ ਉਹਨਾਂ ਦੇ ਜਿਹੜੇ ਸ਼ਰਧਾ ਦੇ ਫੁੱਲ ਜੋ ਅਸਲ ਨੇ ਉਹ ਅਸੀਂ ਭੇਂਟ ਕਰਨ ਦੇ ਵਿੱਚ ਕਾਮਯਾਬ ਹੋਈਏ। ਬਿਲਕੁਲ, ਪਿਛਲੇ 127 ਸਾਲਾਂ ਦੇ ਵਿੱਚ 47 ਹੋਵੇ, 66 ਹੋਵੇ, 84 ਹੋਵੇ, ਜਾਂ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਮਹਾਰਾਜਾ ਦਲੀਪ ਸਿੰਘ ਦੇ ਜੀਵਨੀ ਚੋਂ ਕਿਸ ਤਰੀਕੇ ਦੀ ਸੇਧ ਮਿਲਦੀ ਹੈ? ਬਿਲਕੁਲ, ਜੋ ਆਪਾਂ ਉਹਨਾਂ ਦੀ ਲਾਈਫ ਦੀ ਸਟਰਗਲ ਦੀ ਗੱਲ ਕਰਕੇ ਆਏ ਕਿ ਜਦੋਂ ਉਹ ਜਿਹੜੀ ਸਟਰਗਲ ਹੈ ਉਹ ਚਾਹੁੰਦੇ ਤੇ ਇੱਕ ਪਾਸੇ ਰਹਿ ਸਕਦੇ ਸੀ, ਉਹ ਚਾਹੁੰਦੇ ਤੇ ਸਾਰਾ ਕੁਝ, ਕਿਉਂਕਿ ਜੋ ਉਹਨਾਂ ਦਾ ਪਲਾਨ ਕੀਤਾ ਹੋਇਆ ਸੀ ਕਿ ਅਸੀਂ ਇਹਨਾਂ ਨੂੰ ਮਾਨਸਿਕ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਹੈ, ਇਹਨਾਂ ਦਾ ਬ੍ਰੇਨ ਵਾਸ਼ ਕਰਨਾ ਹੈ, ਇਹਨਾਂ ਨੂੰ ਅਸੀਂ ਐਸ਼ੋ ਇਸ਼ਰਤ ਵਾਲੇ ਬੰਨੇ ਲਾਉਣਾ ਹੈ, ਤੇ ਤਾਂ ਕਿ ਜਿਹੜਾ ਹੈਗਾ ਇਹ ਦੁਬਾਰਾ ਉਸ ਬੰਨੇ ਨੂੰ ਗੱਲ ਨਾ ਤੋਰਨ। ਪਰ ਮਹਾਰਾਜਾ ਜੀ ਦੇ ਅੰਦਰ ਜੇ ਆਪਾਂ ਕਹੀਏ ਕਿ ਖਾਲਸਾ ਰਾਜ ਦਾ ਖੂਨ ਸੀਗਾ, ਤੇ ਮਹਾਰਾਜਾ ਜੀ ਅੰਦਰ ਉਹ ਚਿਣਗ ਸੀਗੀ, ਉਹ ਜਿਹੜੀ ਚਿਣਗ ਹੈ ਉਹ ਹਰੇਕ ਸਿੱਖ ਦੇ ਅੰਦਰ ਅੱਜ ਵੀ ਮੌਜੂਦ ਹੈ। ਸਾਨੂੰ ਵੀ ਉਸ ਚਿਣਗ ਦੇ ਵੱਲ ਚੱਲਣਾ ਪਵੇਗਾ ਔਰ ਸੋਚਣਾ ਪਵੇਗਾ ਕਿ ਅਸੀਂ ਬਿਲੋਂਗ ਕਿੱਥੋਂ ਕਰਦੇ ਹਾਂ। ਕੀ ਅਸੀਂ ਆਪਣੀਆਂ ਛੋਟੀਆਂ ਮੰਗਾਂ ਦੇ ਲਈ ਧਰਨੇ ਹੀ ਲਾਉਂਦੇ ਰਵਾਂਗੇ? ਕੀ ਅਸੀਂ ਸਰਕਾਰਾਂ ਦੇ ਅੱਗੇ ਗੋਡੇ ਹੀ ਟੇਕਦੇ ਰਵਾਂਗੇ? ਇਹ ਚੀਜ਼ ਜਿਹੜੀ ਆ ਆਪਣੇ ਆਪ ਨੂੰ ਝੰਜੋੜਦੀ ਹੈ, ਔਰ ਇਹ ਸਵਾਲ ਜਿਹੜਾ ਹੈ ਖਾਸ ਕਰਕੇ ਸਿੱਖ ਚਿੰਤਕਾਂ ਦੇ ਅੱਗੇ ਜਿਹੜਾ ਸਵਾਲ ਹੈ ਉਹ ਛੱਡ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਸਿੱਖ ਚਿੰਤਕਾਂ ਨੂੰ ਸੁਣਦੇ ਹਾਂ ਤੇ ਇਸ ਦੇ ਉੱਤੇ ਬਹੁਤ ਘੱਟ ਕੰਮ ਹੋਇਆ ਹੈ, ਔਰ ਇਸ ਚੀਜ਼ ਦੇ ਉੱਤੇ ਜਿਹੜਾ ਵੱਧ ਤੋਂ ਵੱਧ ਕੰਮ ਹੋਣ ਦੀ ਲੋੜ ਹੈ, ਔਰ ਲੋਕਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਲੋੜ ਹੈਗੀ ਹੈ ਕਿ ਕੌਣ ਸਨ ਮਹਾਰਾਜਾ ਦਲੀਪ ਸਿੰਘ, ਜਾਂ ਅਸੀਂ ਉਹਨਾਂ ਤੋਂ ਕੀ ਸੇਧ ਲੈਣੀ ਹੈ, ਉਹਨਾਂ ਨੇ ਕੀ ਕੁਰਬਾਨੀ ਕੀਤੀ, ਜਾਂ ਉਹਨਾਂ ਨੇ ਕਿਹੜੀ ਚੀਜ਼ ਛੱਡ ਕੇ ਕਿਹੜੀ ਚੀਜ਼ ਚੂਜ਼ ਕੀਤੀ। ਕਿਉਂਕਿ ਜਿਹੜੀ ਪਿਕ ਐਂਡ ਚੂਜ਼ ਦੀ ਆਪਸ਼ਨ ਹੁੰਦੀ ਹੈ ਨਾ, ਜਦੋਂ ਸਾਰਾ ਕੁਝ ਤੁਹਾਡਾ ਸਹੀ ਚੱਲਦਾ ਹੋਵੇ ਔਰ ਉਹ ਤੁਸੀਂ ਜਿਹੜਾ ਹੈਗਾ ਸਾਰਾ ਕੁਝ ਸਹੀ ਛੱਡ ਕੇ ਤੇ ਤੁਸੀਂ ਜਿਹੜਾ ਹੈਗਾ ਆਪਣੇ ਸਿਧਾਂਤ ਵੱਲ ਮੋੜਾ ਖਾਓ, ਔਰ ਉਸ ਸਿਧਾਂਤ ਵੱਲ ਜਾਣ ਦੇ ਵਿੱਚ ਤੁਹਾਨੂੰ ਆਪਣੀ ਪਰਸਨਲ ਲਾਈਫ ਦੇ ਵਿੱਚੋਂ ਸਾਰਾ ਕੁਝ ਤਿਆਗਣਾ ਪਵੇ, ਛੱਡਣਾ ਪਵੇ, ਐਸ਼ੋ ਇਸ਼ਰਤ ਛੱਡਣੀ ਪਵੇ, ਤੇ ਜਿਹੜਾ ਹੈਗਾ ਫਿਰ ਬੜਾ ਔਖਾ ਹੁੰਦਾ ਹੈ। ਤੇ ਜੋ ਲੋਕ ਉਹਨਾਂ ਸਮਿਆਂ ਦੇ ਵਿੱਚ ਇਹ ਡਿਸੀਜਨ ਲੈ ਲੈਂਦੇ ਨੇ ਕਿ ਅਸੀਂ ਸਿਧਾਂਤ ਦੇ ਨਾਲ ਖੜਨਾ ਹੈ, ਤੇ ਉਹ ਆਪਣੇ ਆਪ ਦੇ ਵਿੱਚ ਹੀ ਇਤਿਹਾਸ ਦੇ ਵਿੱਚ ਇੱਕ ਚਮਕਦੇ ਸਿਤਾਰੇ ਵਾਂਗ ਹੁੰਦੇ ਨੇ, ਔਰ ਬਾਕੀਆਂ ਦਾ ਜਿਹੜਾ ਨਾਮ ਹੈ ਉਹ ਕਾਲੀ ਸ਼ਾਹੀ ਦੇ ਨਾਲ ਲਿਖਿਆ ਜਾਂਦਾ ਹੈ। ਬਿਲਕੁਲ, ਤੁਸੀਂ ਹੁਣ ਜ਼ਿਕਰ ਕੀਤਾ ਕਿ ਅਸੀਂ ਆਪਣੇ ਸਾਡੀ ਜ਼ਿੰਮੇਵਾਰੀ ਇਸ ਵੇਲੇ ਸਾਡੇ ਚਿੰਤਕਾਂ ਦੀ ਬਣਦੀ ਹੈ, ਸਿੱਖ ਚਿੰਤਕਾਂ ਦੀ, ਜੋ ਸਾਡਾ ਬੁੱਧੀਮਾਨ ਕਹਿ ਲਈਏ ਵਰਗ ਹੈਗਾ, ਕਿ ਉਹਨਾਂ ਦੀ ਜੋ ਜ਼ਿੰਮੇਵਾਰੀ ਸੀਗੀ ਕਿ ਇਤਿਹਾਸ ਨੂੰ ਸੰਜੋ ਕੇ ਰੱਖਣਾ, ਤਾਂ ਜੋ ਕਿ ਅੱਜ ਦੀ ਪੀੜ੍ਹੀ ਨੂੰ ਇਸ ਇਤਿਹਾਸ ਬਾਬਤ ਜਾਣਕਾਰੀ ਹੁੰਦੀ। ਗੱਲਾਂ ਤਾਂ ਅਸੀਂ ਹੱਲੇ ਵੀ ਕਰ ਲੈਂਦੇ ਹਾਂ ਕਿ ਅਸੀਂ ਰਾਜਧਾਨੀ ਦੇ ਵਿੱਚ ਯਾਨੀ ਕਿ ਲੰਡਨ ਦੇ ਵਿੱਚ ਸਿੱਖ ਮੈਮੋਰੀਅਲ ਸਥਾਪਿਤ ਕਰਨਾ ਹੈ, ਭਾਵੇਂ ਪਹਿਲੀ ਵਿਸ਼ਵ ਜੰਗ ਦਾ ਹੋਏ ਭਾਵੇਂ ਦੂਸਰੀ ਵਿਸ਼ਵ ਜੰਗ ਦਾ। ਉਹਨਾਂ ਸਾਰੇ ਮੈਮੋਰੀਅਲਸ ਦੀ ਸਥਾਪਨਾ ਕਰਨ ਦੇ ਬਾਵਜੂਦ ਵੀ ਜੇਕਰ ਅਸੀਂ ਇਤਿਹਾਸ ਨੂੰ ਅਣਗੌਲਿਆਂ ਕਰ ਦਾਂਗੇ ਜਾਂ ਚੇਤੇ ਵੀ ਨਹੀਂ ਰੱਖਾਂਗੇ, ਤਾਂ ਅਜਿਹੀਆਂ ਸਾਡੀਆਂ ਪ੍ਰਾਪਤੀਆਂ ਕਿਸੇ ਕੰਮ ਨਹੀਂ ਆਉਣੀਆਂ। ਬਿਲਕੁਲ, ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸਾਡੀਆਂ ਸੰਸਥਾਵਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਇਹ ਇਤਿਹਾਸ ਦਾ ਨਹੀਂ ਪਤਾ, ਉਹਨਾਂ ਨੂੰ ਗੁਰ ਇਤਿਹਾਸ ਦਾ ਨਹੀਂ ਪਤਾ, ਸਿੱਖ ਇਤਿਹਾਸ ਦੀ ਗੱਲ ਅਸੀਂ ਕਿਹੜੇ ਬੰਨੇ ਲੈ ਕੇ ਜਾਵਾਂਗੇ। ਪਿੱਛੇ ਜੇ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਵਾਪਰਿਆ ਜਾਂ ਦਿੱਲੀ ਦੇ ਵਿੱਚ ਵਾਪਰਿਆ, ਕੁਝ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਇਤਿਹਾਸਕ ਤੌਰ ਤੇ ਜਿਹੜਾ ਹੈਗਾ ਬੰਦੇ ਨੂੰ ਪਰਪੱਕ ਹੋਣਾ ਪਵੇਗਾ। ਜਦੋਂ ਅਸੀਂ ਗੱਲ ਕਰਦੇ ਹੈਗੇ ਆ ਨਾ ਮਹਾਰਾਜਾ ਦਲੀਪ ਸਿੰਘ ਦੀ, ਤੇ ਜੇ ਆਪਾਂ ਕਹਿ ਲਈਏ ਕਿ ਮਹਾਰਾਣੀ ਜਿੰਦ ਕੌਰ ਨੂੰ ਇਤਿਹਾਸਕ ਤੌਰ ਤੇ ਉਹ ਪਰਪੱਕ ਨਾ ਹੁੰਦੇ ਜਾਂ ਖਾਲਸਾਈ ਰਹੁ ਰੀਤਾਂ ਦੇ ਨਾਲ ਨਾ ਜੁੜੇ ਹੁੰਦੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਪੁੱਤਰ ਨੂੰ ਕਿਵੇਂ ਉਹ ਜਾਗਰੂਕ ਕਰ ਸਕਦੇ ਸੀ। ਤੇ ਉੱਥੇ ਜਿਹੜੀ ਜ਼ਿੰਮੇਵਾਰੀ ਹੈ, ਅਜੋਕੇ ਸਮੇਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਪੇਰੈਂਟਸ ਦੀ ਬਣਦੀ ਹੈ
ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਕਿੱਥੋਂ ਬਿਲੋਂਗ ਕਰਦੇ ਨੇ ਉਹ, ਕਿਹੜੀ ਜਗ੍ਹਾ ਨੂੰ, ਕਿਹੜੀ ਆਪਾਂ ਕਹੀਏ ਕਿ ਖਾਲਸਾ ਰਾਜ ਨੂੰ ਉਹ ਬਿਲੋਂਗ ਕਰਦੇ ਨੇ। ਇਹ ਚੀਜ਼ ਉਹਨਾਂ ਨੂੰ ਦੱਸਣੀ ਪਵੇਗੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਜਿਹੜਾ ਵਿਰਸਾ ਹੈ, ਸਾਡਾ ਅਸਲ ਸਿੱਖ ਵਿਰਸਾ ਹੈ ਕੀ। ਕਿਤੇ ਅਸੀਂ ਇਹ ਤਾਂ ਨਹੀਂ ਹੈਗਾ ਕਿ ਐਸ਼ੋ ਇਸ਼ਰਤ ਵਾਲੇ ਬੰਨੇ ਤੇ ਬਹੁਤ ਜ਼ਿਆਦਾ ਚੱਲ ਰਹੇ ਹਾਂ, ਕਿਉਂਕਿ ਫਿਲਮਾਂ ਤੇ ਨੱਚਣ ਟੱਪਣ ਵਾਲੇ ਬੰਨੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਸ਼ਰਾਬ ਵਾਲੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ, ਪਰ ਜੋ ਅਸਲ ਗੱਲ ਹੈ ਉਹ ਬੱਚਿਆਂ ਨੂੰ ਨਹੀਂ ਸਮਝਾਈ ਜਾਂਦੀ ਕਿ ਤੁਸੀਂ ਵਾਰਸ ਕਿਹਦੇ ਹੋ। ਤੁਹਾਨੂੰ ਇਹ ਸੋਚਣ ਦੀ ਜਿਹੜੀ ਲੋੜ ਅੱਜ ਹੈਗੀ ਹੈ। ਬਿਲਕੁਲ, ਕਿਹੜੇ ਰਾਜਿਆਂ ਦੇ, ਕਿਹੜੇ ਇਤਿਹਾਸਾਂ ਦੇ ਇਸ ਵੇਲੇ ਕਹਿ ਲਈਏ ਰੱਟੇ ਮਰਵਾ ਦਿੱਤੇ ਗਏ ਨੇ ਕਿ ਅਸੀਂ ਆਪਣਾ ਇਤਿਹਾਸ ਭੁੱਲਦੇ ਜਾ ਰਹੇ ਹਾਂ। ਲਿਖਾਰੀ ਡਾਕਟਰ ਸਤਿੰਦਰ ਸਿੰਘ ਆਪ ਲਿਖਦੇ ਨੇ ਕਿ ਜੀ ਅੱਜ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਢੁੱਕਦੀਆਂ ਨੇ। ਬੇਦਰਦੋ ਮੈਨੂੰ ਉਸ ਜ਼ਮੀਨ ਦੇ ਉੱਤੇ ਲੈ ਜਾਣਾ, ਨਹੀਂ ਤਾਂ ਮੇਰਾ ਖਾਬ ਅਧੂਰਾ ਰਹਿ ਜਾਣਾ, ਜਿੱਥੇ ਰੁਲਿਆ ਸੀ ਫਰਜ਼ੰਦ ਕਿਸੇ ਦਰਬਾਰ ਦਾ। ਇਹਨਾਂ ਲਿਖਤਾਂ ਤੋਂ ਅਸੀਂ ਅੱਜ ਦੇ ਸਮੇਂ ਨੂੰ ਸਮਝਦੇ ਹਾਂ, ਉਸ ਸਮੇਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਧੰਨਵਾਦ ਅਸੀਂ ਕਰਦੇ ਹਾਂ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪਣਾ ਸਮਾਂ ਦੇ ਕੇ ਵਿਚਾਰ ਆਪਣੇ ਸਾਂਝੇ ਕੀਤੇ ਤੇ ਅੱਜ ਦੇ ਦਿਹਾੜੇ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਸਮਝਣ ਦੀ ਵੀ ਸਾਨੂੰ ਇਸ ਵੇਲੇ ਲੋੜ ਹੈ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਅਸੀਂ ਅੱਜ ਕਿੱਥੇ ਖੜੇ ਹਾਂ ਤੇ ਅਸੀਂ 127 ਸਾਲ ਪਹਿਲੇ ਕਿੱਥੇ ਖੜੇ ਸੀ। ਆਸ ਕਰਦੇ ਹਾਂ ਤੁਸੀਂ ਵੀ ਥੋੜ੍ਹਾ ਸਮਝਿਆ ਹੋਏਗਾ। ਕਿਤਾਬਾਂ ਪੜ੍ਹੀਏ, ਥੋੜ੍ਹਾ ਹੋਰ ਡੂੰਘਾਈ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜੀਏ। ਇਹੀ ਇੱਕ ਛੋਟੀ ਜਿਹੀ ਅਪੀਲ ਹੈ ਜੀ। ਮੈਨੂੰ ਅਮਨਪ੍ਰੀਤ ਸਿੰਘ ਨੂੰ ਤੇ ਜਗਜੀਤ ਸਿੰਘ ਜੀ ਤੋਂ ਵੀ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।